ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਸੱਚੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਕਰਮ ਕਾਂਡਾਂ ਤੋਂ ਮੁਕਤ ਹੋਣ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਸਾਧ ਸੰਗਤ ਜੀ ਜੋ ਬਾਹਰ ਦੀ ਭਾਲ ਹੈ ਉਹ ਖਤਮ ਹੋ ਜਾਂਦੀ ਹੈ। ਤੇ ਜਦੋਂ ਜੀਵ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ, ਉਸ ਦੇ ਅੰਦਰੋਂ ਹੀ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਸ ਨੂੰ ਇੱਧਰ ਉੱਧਰ ਭਟਕਣਾ ਨਹੀਂ ਜੇ ਪੈਂਦਾ। ਪਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਬਿਨਾਂ ਗੁਰੂ ਤੋਂ ਇਹ ਜੋ ਜੀਵ ਹੈ ਅਨੇਕਾਂ ਪ੍ਰਕਾਰ ਦੇ ਯਤਨ ਕਰਦਾ ਹੈ। ਮੱਥੇ ਤੇ ਤਿਲਕ ਲਗਾ ਕੇ, ਗਲੇ ਦੇ ਵਿੱਚ ਮਾਲਾ ਪਹਿਨ ਕੇ ਕੋਈ ਤਪ ਕਰ ਰਿਹਾ ਹੈ ਸਾਧ ਸੰਗਤ ਜੀ, ਕੋਈ ਜੰਗਲਾਂ ਪਹਾੜਾਂ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਲੱਭ ਰਿਹਾ ਹੈ, ਕੋਈ ਤੀਰਥ ਸਥਾਨਾਂ ਦੀ ਯਾਤਰਾ ਕਰਦਾ ਹੈ, ਕੋਈ ਸਰੀਰ ਦੇ ਉੱਪਰ ਭਸਮ ਲਗਾ ਕੇ ਕੋਈ ਯੋਗ ਦਾ ਸਹਾਰਾ ਲੈ ਰਿਹਾ ਹੈ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪਰਮਾਤਮਾ ਦੀ ਪ੍ਰਾਪਤੀ ਉਦੋਂ ਹੀ ਹੋਣੀ ਹੈ ਜਦੋਂ ਸਾਡੇ ਕੋਲ ਸੱਚਾ ਗੁਰੂ ਹੋਵੇ। ਸਾਡੇ ਅੰਦਰ ਜੋ ਦੁਨੀਆ ਦਾ ਸਭ ਤੋਂ ਵੱਡਾ ਸੱਚ ਬੈਠਾ ਹੈ ਸਾਧ ਸੰਗਤ ਜੀ ਸਾਡੇ ਸਰੀਰ ਦੇ ਵਿੱਚ, ਉਸ ਸੱਚ ਦੀ ਪ੍ਰਾਪਤੀ ਉਦੋਂ ਹੀ ਹੋਣੀ ਹੈ ਜਦੋਂ ਅਸੀਂ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ। ਤੇ ਬਿਨਾਂ ਗੁਰੂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਪਰਮਾਤਮਾ ਦੀ ਪ੍ਰਾਪਤੀ ਬੜੀ ਔਖੀ ਹੈ। ਗੁਰੂ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਹੋ ਹੀ ਨਹੀਂ ਜੇ ਸਕਦੀ। ਗੁਰੂ ਸਭ ਰਹਿਸ ਅਗਮੈ ਜਾਣੈ, ਢੂੰਡੈ ਕਉ ਛਟ ਸ਼ਾਸਤਰ ਨ ਮੈਂ, ਕਿਦ ਕੋ ਵੇਦ ਵਸਾਨੈ ਟੇਕ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜੋ ਸੱਚਾ ਗੁਰੂ ਹੈ, ਗੁਰੂ ਪ੍ਰਭੂ ਦੇ ਗਮ ਤੋਂ ਰਹਿਤ ਰਹੱਸੇ ਨੂੰ ਜਾਣਦਾ ਹੈ। ਸਾਧ ਸੰਗਤ ਜੀ, ਸੱਚਾ ਗੁਰੂ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ, ਉਹ ਗੁਰੂ ਜਿਸ ਨੇ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨੂੰ ਤਿਆਗ ਕੇ ਆਪਣੇ ਅੰਦਰੋਂ ਸੱਚ ਨੂੰ ਖੋਜਿਆ ਹੋਵੇ। ਜਦੋਂ ਅਸੀਂ ਐਸੇ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹੀ ਗੁਰੂ ਹੈ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ, ਉਹ ਪਰਮਾਤਮਾ ਦੇ ਰਹੱਸੇ ਨੂੰ ਜਾਣਦਾ ਆ। ਨਹੀਂ ਤਾਂ ਦੇਖਿਆ ਨਾ ਸਾਧ ਸੰਗਤ ਜੀ, ਬਹੁਤੇ ਅੱਜ ਕੱਲ ਗੁਰੂ ਐਸੇ ਨੇ ਜੋ ਜੀਵਾਂ ਨੂੰ ਗੁੰਮਰਾਹ ਕਰ ਰਹੇ ਨੇ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਦੱਸਦੇ ਨੇ। ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਕੋਈ ਸੱਚਾ ਗੁਰੂ ਹੀ ਹੁੰਦਾ ਹੈ, ਵਿਰਲਾ ਗੁਰੂ। ਗੁਰੂ ਸਭ ਰਹਿਸ ਅਗਮੈ ਜਾਣੈ, ਢੂੰਡੈ ਕੋ ਛਟ ਸ਼ਾਸਤਰ ਮੈਂ, ਕਿਦੁ ਕੋ ਵੇਦ ਵਸਾਨੈ। ਕਿ ਭਾਈ ਜੋ ਪਰਮਾਤਮਾ ਦਾ ਪਤਾ ਸੱਚਾ ਗੁਰੂ ਹੀ ਦੱਸ ਸਕਦਾ ਆ। ਕੋਈ ਜੀ ਭਰਮ ਕਰਕੇ ਬਾਹਰ ਦੇ 6 ਸ਼ਾਸਤਰਾਂ ਤੇ ਵੇਦਾਂ ਦੇ ਵਿੱਚ ਪਰਮਾਤਮਾ ਨੂੰ ਲੱਭਦਾ ਆ। ਸਾਧੋ ਕਾ ਸ਼ਾਸਤਰਨ ਸੁਨ ਕੀਨੋ, ਭੁੱਖੇ ਅੰਨ ਨਾ ਦੀਨੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਵੇਦਾਂ ਸ਼ਾਸਤਰਾਂ ਨੂੰ ਸੁਣ ਕੇ ਤੁਸੀਂ ਕੀ ਕਰਨਾ ਜੇ ਕਿਸੇ ਗਰੀਬ ਦੀ ਮਦਦ ਨਹੀਂ ਜੇ ਕੀਤੀ, ਜੇ ਅਸੀਂ ਕਿਸੇ ਭੁੱਖੇ ਨੂੰ ਰੋਟੀ ਨਹੀਂ ਜੇ ਖਵਾਈ ਸਾਧ ਸੰਗਤ ਜੀ, ਫਿਰ ਜਿੰਨੇ ਵੀ ਸਾਡੇ ਕੀਤੇ ਹੋਏ ਪਾਠ ਨੇ, ਗੁਰਬਾਣੀ ਦੇ ਪਾਠ ਹੋਣ ਚਾਹੇ, ਜਦੋਂ ਸਾਡੇ ਮਨ ਦੇ ਵਿੱਚ ਦਇਆ ਭਾਵਨਾ ਨਹੀਂ ਜੇ ਪੈਦਾ ਹੁੰਦੀ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਫਿਰ ਸ਼ਾਸਤਰਾਂ ਨੂੰ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਹੈ। ਜੇਕਰ ਅਸੀਂ ਕਿਸੇ ਗਰੀਬ ਦੀ ਮਦਦ ਨਹੀਂ ਜੇ ਕਰਦੇ, ਕਿਸੇ ਲੋੜਵੰਦ ਦੀ ਮਦਦ ਨਹੀਂ ਜੇ ਕਰਦੇ, ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਫਿਰ ਸ਼ਾਸਤਰਾਂ ਨੂੰ ਸੁਣਨ ਦਾ ਕੀ ਫਾਇਦਾ। ਸਾਂਸ ਉਸਾਸ ਚੜਾਵੇ ਬਬਿਦਾ, ਬੈਠੈ ਸੁਨ ਸਮਾਧੀ। ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਭਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਾਧ ਸੰਗਤ ਜੀ ਇਹ ਜੋ ਜੀਵ ਹੈ ਅਨੇਕਾਂ ਪ੍ਰਕਾਰ ਦੇ ਯੋਗ ਕਰਦਾ ਹੈ, ਸਵਾਸਾਂ ਨੂੰ ਚੜ੍ਹਦਾ ਉਤਾਰਦਾ ਹੈ, ਕੋਈ ਸੁੰਨ ਸਮਾਧੀ ਲਗਾ ਕੇ ਬੈਠਾ ਆ। ਪਰ ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਭਾਈ ਬਿਨਾਂ ਗੁਰੂ ਦੇ ਗਿਆਨ ਦੇ ਇਹ ਜੋ ਜੀਵ ਹੈ ਖਾਲੀ ਹੱਥ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਸਾਧ ਸੰਗਤ ਜੀ।
ਕਿਉਂਕਿ ਜਪ ਤਪ ਤਾਂ ਬਹੁਤ ਕਰਦਾ ਆ, ਪਰ ਇਸ ਦੇ ਅੰਦਰ ਜੋ ਪੰਜ ਵਿਕਾਰ ਨੇ ਸਾਧ ਸੰਗਤ ਜੀ, ਉਹਨਾਂ ਦੇ ਤਿਆਗ ਹੀ ਨਹੀਂ ਜੀ ਕਰਦਾ। ਸਤ ਸੰਤੋਖ ਔਰ ਸਦਾਚਾਰ ਜੀਵਨ ਕੋ ਆਧਾਰ, ਰਵਿਦਾਸ ਪਏ ਨਰ ਦੇਵਤੇ ਜਿਨ ਤਿਆਗੇ ਪੰਜ ਵਿਕਾਰ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਜੀਵ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਸੰਤੋਖ ਧਾਰਨ ਕਰਨਾ ਚਾਹੀਦਾ ਹੈ, ਸਦਾਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ, ਜਿਹੜੇ ਜੀਵ ਇਹਨਾਂ ਨੂੰ ਧਾਰਨ ਕਰਕੇ ਪੰਜ ਵਿਕਾਰਾਂ ਦਾ ਤਿਆਗ ਕਰ ਦਿੰਦੇ ਨੇ, ਉਹ ਜੀਵ ਸ੍ਰੇਸ਼ਟ ਬਣ ਜਾਂਦੇ ਨੇ, ਉਹ ਦੇਵਤਾ ਬਣ ਜਾਂਦੇ ਨੇ। ਸਤ ਸੰਤੋਖ ਔਰ ਸਦਾਚਾਰ ਜੀਵਨ ਕੋ ਆਧਾਰ, ਰਵਿਦਾਸ ਪਏ ਨਰ ਦੇਵਤੇ ਜਿਨ ਤਿਆਗੇ ਪੰਜ ਵਿਕਾਰ। ਤੇ ਸਾਧ ਸੰਗਤ ਜੀ, ਇਹੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਆ। ਨਸ਼ੇ, ਵਹਿਮ, ਭਰਮ, ਅਡੰਬਰ, ਧੋਖਾ, ਇਸ ਨੂੰ ਛੱਡ ਕੇ ਅਸੀਂ ਸੱਚ ਦਾ ਰਸਤਾ ਚੁਣਨਾ ਆ। ਪਰ ਸਾਧ ਸੰਗਤ ਜੀ ਅੱਗੇ ਸਤਿਗੁਰ ਜੀ ਫਰਮਾਉਂਦੇ, ਭਾਈ ਸੱਚ ਦਾ ਰਸਤਾ ਜੋ ਆ ਉਹ ਕੋਈ ਸੌਖਾ ਨਹੀਂ ਜੇ ਹੁੰਦਾ। ਤੇ ਬਹੁਤੇ ਜੀ ਵੈਸੇ ਨੇ ਸਾਧ ਸੰਗਤ ਜੀ, ਜਦੋਂ ਸੱਚ ਦੇ ਮਾਰਗ ਤੇ ਚੱਲਦੇ ਨੇ, ਜਦੋਂ ਸਮੱਸਿਆਵਾਂ ਆ ਜਾਂਦੀਆਂ ਨੇ ਘਬਰਾ ਜਾਂਦੇ ਨੇ, ਫਿਰ ਉਹ ਝੂਠ ਦਾ, ਨਸ਼ੇ ਦਾ ਰਸਤਾ ਫੜ ਲੈਂਦੇ ਨੇ। ਸਾਧ ਸੰਗਤ ਜੀ, ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਕਾਟਿਆ ਵਗਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕਿ ਹੇ ਭਾਈ, ਉਹ ਪ੍ਰਮਾਤਮਾ ਦਾ ਮਾਰਗ, ਸੱਚ ਦਾ ਮਾਰਗ, ਇਹ ਪਹਾੜੀ ਵਾਂਗੂ ਬੜਾ ਸਾਧ ਸੰਗਤ ਜੀ ਉੱਚਾ ਨੀਵਾਂ ਹੈ, ਜੰਗਲ ਵਾਂਗੂ ਘਣਾ ਹੈ। ਤੇ ਉੱਪਰੋਂ ਇਸ ਪਹਾੜ ਦੇ ਉੱਪਰ ਅਸੀਂ ਚੜਨਾ ਆ, ਜਿਸ ਬੈਲ ਦੇ ਉੱਪਰ ਅਸੀਂ ਬੈਠ ਕੇ ਜਾਣਾ ਆ ਨਾ, ਸਤਿਗੁਰੂ ਜੀ ਫਰਮਾਉਂਦੇ, ਭਾਈ ਉਹ ਮਨ ਰੂਪੀ ਬੈਲ ਵੀ ਬੜਾ ਕਮਜ਼ੋਰ ਹੋ ਚੁੱਕਿਆ ਆ। ਇਸ ਲਈ ਇਸ ਜੀਵ ਦਾ ਸੱਚ ਦੇ ਮਾਰਗ ਤੇ ਉੱਪਰ ਚੱਲਣਾ ਬੜਾ ਔਖਾ ਹੋ ਜਾਂਦਾ ਹੈ। ਫਿਰ ਸਾਧ ਸੰਗਤ ਜੀ ਇਹ ਕੀ ਕਰਦਾ ਹੈ, ਇਹ ਨਸ਼ਿਆਂ ਦਾ ਸਹਾਰਾ ਲੈਂਦਾ ਹੈ, ਫਿਰ ਇਹ ਝੂਠ ਦਾ ਸਹਾਰਾ ਲੈਂਦਾ ਹੈ। ਤੇ ਬਹੁਤੇ ਜੀ ਵੈਸੇ ਨੇ ਸਾਧ ਸੰਗਤ ਜੀ ਜੋ ਵਿੱਚ ਹੀ ਸੱਚ ਦਾ ਰਸਤਾ ਛੱਡ ਜਾਂਦੇ ਨੇ, ਕਿਉਂਕਿ ਸੱਚ ਦਾ ਜੋ ਰਸਤਾ ਆ ਉਹ ਕੋਈ ਸੌਖਾ ਨਹੀਂ ਹੈ। ਸਮਾਜ ਦਾ ਜੋ ਵਿਰੋਧ ਹੈ ਸਾਧ ਸੰਗਤ ਜੀ, ਉਸ ਦਾ ਸਾਹਮਣਾ ਕਰਨਾ ਪੈਂਦਾ ਆ, ਕਿਉਂਕਿ ਜਦੋਂ ਵੀ ਸੱਚ ਝੂਠ ਦੇ ਨਾਲ ਟਕਰਾਉਂਦਾ ਆ, ਝੂਠ ਨੇ ਸਾਧ ਸੰਗਤ ਜੀ ਸੱਚ ਦਾ ਵਿਰੋਧ ਕਰਨਾ ਹੀ ਹੁੰਦਾ ਹੈ। ਐਸੇ ਲਈ ਸਤਿਗੁਰੂ ਜੀ ਸਾਨੂੰ ਅੱਜ ਸਮਝਾ ਰਹੇ ਨੇ, ਸਤ ਸੰਤੋਖ ਔਰ ਸਦਾਚਾਰ ਜੀਵਨ ਕੋ ਆਧਾਰ, ਰਵਿਦਾਸ ਪਏ ਨਰ ਦੇਵਤੇ ਜਿਨ ਤਿਆਗੇ ਪੰਜ ਵਿਕਾਰ। ਕਿ ਭਾਈ ਜੋ ਪੰਜਾਂ ਨੂੰ ਆਪਣੇ ਵਸ ਦੇ ਵਿੱਚ ਕਰ ਲੈਂਦਾ ਆ, ਐਸਾ ਜੋ ਜੀਵ ਹੈ ਉਹ ਜਿੰਦੇ ਜੀ ਹੀ ਦੇਵਤਾ ਬਣ ਜਾਂਦਾ ਹੈ। ਜੋ ਬਸ ਰਾਖੈ ਇੰਦਰੀਆਂ, ਜੋ ਬਸ ਰਾਖੈ ਇੰਦਰੀਆਂ, ਸੁਖ ਦੁਖ ਸਮਝ ਸਮਾਨ, ਸੋਈ ਅੰਮ੍ਰਿਤ ਪਦ ਪਾਏਗਾ, ਕਹਿ ਰਵਿਦਾਸ ਬਖਾਨ। ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਜਿਹੜੇ ਜੀਵ ਆਪਣੀ ਇੰਦਰੀਆਂ ਨੂੰ ਕਾਬੂ ਕਰਕੇ ਸੰਜਮ ਦਾ ਜੀਵਨ ਬਤੀਤ ਕਰਦੇ ਨੇ ਅਤੇ ਸੁਖ ਦੁੱਖ ਇੱਕ ਸਮਾਨ ਸਮਝਦੇ ਨੇ, ਐਸੇ ਜੀਵ ਪ੍ਰਭੂ ਦਾ ਨਾਮ ਜਪ ਕੇ ਸਾਧ ਸੰਗਤ ਜੀ ਪਰਮ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ। ਇਹ ਜੋ ਪੰਜ ਵਿਕਾਰ ਨੇ, ਜੋ ਸਾਡੇ ਤੋਂ ਕੁਕਰਮ ਕਰਾ ਲੈਂਦੇ ਨੇ ਸਾਧ ਸੰਗਤ ਜੀ, ਜੋ ਸਾਡੇ ਤੋਂ ਮਾੜੇ ਕਰਮ ਕਰਾ ਲੈਂਦੇ ਨੇ, ਐਸੇ ਵਿਕਾਰਾਂ ਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਅਸੀਂ ਜਿੱਤਣਾ ਹੈ ਮਨ ਦੇ ਨਾਲ। ਇਹ ਮਨ ਹੀ ਹੈ ਸਾਧ ਸੰਗਤ ਜੀ ਜੋ ਇਨਸਾਨਾਂ ਤੋਂ ਵੱਡੇ ਵੱਡੇ ਕੁਕਰਮ ਕਰਾ ਦਿੰਦਾ ਹੈ। ਤੇ ਜਦੋਂ ਅਸੀਂ ਸੰਤਾਂ ਦੀ ਸੰਗਤ ਕਰਾਂਗੇ, ਫੇਰ ਹੀ ਇਸ ਸਾਧ ਸੰਗਤ ਜੀ ਇਸ ਮਨ ਨੂੰ ਕਾਬੂ ਕਰ ਸਕਦੇ ਹਾਂ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਇਹ ਜੋ ਮਨ ਹੈ ਇਹ ਕਾਬੂ ਕੀਤਾ ਜਾ ਸਕਦਾ ਹੈ। ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਸਾਨੂੰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਨਹੀਂ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਬਹੁਤੇ ਜੀਵ ਨੇ ਕਿ ਭਾਈ ਕੋਈ ਸੁਨ ਸਮਾਦ ਲਗਾ ਕੇ ਬੈਠਾ ਆ, ਕੋਈ ਜਪ ਤਪ ਕਰ ਰਿਹਾ ਹੈ, ਕੋਈ ਤੀਰਥਾਂ ਤੇ ਹੈ, ਪਰ ਬਿਨਾਂ ਗੁਰੂ ਦੇ ਸਾਧ ਸੰਗਤ ਜੀ ਉਹ ਅਜਾਈਂ ਸੰਸਾਰ ਤੋਂ ਚਲੇ ਜਾਂਦੇ ਨੇ। ਮਾਥੇ ਤਿਲਕ ਹਾਥ ਜਪ ਮਾਲਾ, ਜਗ ਠਗ ਨੇ ਕੋ ਸਵਾਂਗ ਬਨਾਇਆ, ਮਾਰਗ ਝਾੜਕ ਮਾਰਗ ਡੈਕੈ, ਸਾਚੀ ਪ੍ਰੀਤ ਬਿਨ ਰਾਮ ਨਾ ਪਾਇਆ। ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਪਹਿਰਾਵੇ ਦੇ ਨਾਲ
ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੁੰਦੀ। ਆ ਬਹੁਤੇ ਜੀਵ ਨੇ ਜੋ ਮੱਥੇ ਤੇ ਸਵੇਰੇ ਸਵੇਰੇ ਸਾਧ ਸੰਗਤ ਜੀ ਤਿਲਕ ਲਗਾ ਲੈਂਦੇ ਨੇ, ਹੱਥ ਦੇ ਵਿੱਚ ਮਾਲਾ ਪਕੜ ਲੈਂਦੇ ਨੇ, ਸੰਸਾਰ ਦੇ ਲੋਕਾਂ ਨੂੰ ਠੱਗਣ ਦਾ ਢੋਂਗ ਬਣਾ ਲੈਂਦੇ ਨੇ। ਮਾਥੇ ਤਿਲਕ ਹਾਥ ਜਪਮਾਲਾ, ਜਗ ਜਗ ਠਗਨੇ ਕੋ ਸਵਾਂਗ ਬਣਾਇਆ, ਮਾਰਗ ਛਾੜ ਕੁਮਾਰ ਡਡੈਕੈ, ਸਾਚੀ ਪ੍ਰੀਤ ਬਿਨ ਰਾਮ ਨ ਪਾਏ। ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਬਹੁਤੇ ਜੀਵ ਨੇ ਐਸੇ ਜੋ ਭੇਸਤਾ ਸਾਧੂਆਂ ਵਰਗਾ ਬਣਾ ਲੈਂਦੇ ਨੇ, ਮੱਥੇ ਉੱਪਰ ਤਿਲਕ ਲਗਾ ਲੈਣਾ, ਹੱਥ ਦੇ ਵਿੱਚ ਮਾਲਾ ਪਹਿਨ ਲੈਣੀ, ਕੱਪੜੇ ਸਾਧੂਆਂ ਵਰਗੇ ਪਾ ਲੈਣੇ। ਪਰ ਸਾਧ ਸੰਗਤ ਜੀ ਉਹ ਜਿੰਨਾ ਮਰਜ਼ੀ ਢੋਂਗ ਕਰ ਲਵੇ, ਜਦੋਂ ਤੱਕ ਉਸ ਨੂੰ ਸੱਚ ਦੀ ਪ੍ਰਾਪਤੀ ਉਦੋਂ ਤੱਕ ਨਹੀਂ ਹੋਣੀ ਸਾਧ ਸੰਗਤ ਜੀ, ਜਦੋਂ ਤੱਕ ਉਸਦੇ ਕੋਲ ਗੁਰੂ ਨਹੀਂ ਹੈ। ਉਹ ਆਪ ਵੀ ਡੁੱਬਦਾ ਹੈ ਐਸਾ ਜੀਵ ਸਾਧ ਸੰਗਤ ਜੀ ਜਿਸਦੇ ਕੋਲ ਗੁਰੂ ਨਹੀਂ ਹੈ ਤੇ ਕਹਿੰਦਾ ਭਾਈ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਐਸਾ ਜੋ ਜੀਵ ਹੈ ਸੰਸਾਰ ਦੇ ਲੋਕਾਂ ਨੂੰ ਠੱਗਣ ਦਾ ਢੋਂਗ ਬਣਾ ਲਵੇ, ਉਹ ਜੀ ਪ੍ਰਭੂ ਦੇ ਸੱਚੇ ਮਾਰਗ ਨੂੰ ਛੱਡ ਕੇ ਕੁਮਾਰਗ ਤੇ ਚੱਲ ਕੇ ਭਟਕਦਾ ਰਹਿੰਦਾ ਆ। ਉਸ ਨੂੰ ਪ੍ਰਮਾਤਮਾ ਨਾਲ ਸੱਚੀ ਪ੍ਰੀਤੀ ਤੋਂ ਬਿਨਾ ਅਡੰਬਰਾਂ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਸਾਧ ਸੰਗਤ। ਉਹ ਆਪ ਵੀ ਅਡੰਬਰ ਪਖੰਡ ਕਰਦਾ ਆ, ਜੀਵਾਂ ਨੂੰ ਵੀ ਸੱਚ ਦੇ ਰਸਤੇ ਤੋਂ ਉਲਟਾ ਚਲਾ ਦਿੰਦਾ ਹੈ। ਪਰ ਸਾਧ ਸੰਗਤ ਜੀ ਇੱਕ ਸੱਚਾਈ ਹੈ ਜੋ ਐਸਾ ਗੁਰੂ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਪ੍ਰਾਪਤੀ ਕੀਤੀ ਹੋਵੇ, ਐਸਾ ਗੁਰੂ ਜਿਸ ਨੇ ਆਪਣੇ ਅੰਦਰੋਂ ਸੋਹੰਗ ਸਤਨਾਮ ਦਾ ਜਾਪ ਕਰਕੇ ਆਪਣੇ ਅੰਦਰੋਂ ਸੱਚ ਨੂੰ ਖੋਜਿਆ ਹੋਵੇ। ਜਦੋਂ ਐਸਾ ਗੁਰੂ ਸਾਨੂੰ ਮਿਲਦਾ ਆ, ਫਿਰ ਉਹ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ 'ਚ ਨਹੀਂ ਜੇ ਸਾਨੂੰ ਪਾਉਂਦਾ। ਉਹ ਸਾਧ ਸੰਗਤ ਜੀ ਸਾਨੂੰ ਐਸਾ ਉਪਦੇਸ਼ ਦਿੰਦਾ ਆ ਕਿ ਭਾਈ ਤੇਰੇ ਅੰਦਰ ਹੀ ਪ੍ਰਮਾਤਮਾ ਬੈਠਾ ਹੈ, ਕਿਉਂਕਿ ਉਹ ਵੀ ਉਸ ਅਵਸਥਾ ਦੇ ਵਿੱਚ ਹੁੰਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਐਸਾ ਗੁਰੂ ਜੋ ਜੀਵਾਂ ਨੂੰ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਦੇ ਵਿੱਚ ਪਾਉਂਦਾ ਹੋਵੇ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਨੇ ਸਾਨੂੰ ਮੱਤ ਬਖਸ਼ੀ ਹੈ, ਅਸੀਂ ਉਸ ਦਾ ਇਸਤੇਮਾਲ ਜ਼ਰੂਰ ਕਰਨਾ ਹੈ। ਤਿਰਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ, ਮਾਨੁਖਾ ਅਵਤਾਰ ਦੁਲਭ ਤੇ ਹੀ ਸੰਗਤ ਤੋਚ। ਕਿ ਹੇ ਜੀਵ, ਉਹ ਪ੍ਰਮਾਤਮਾ ਨੇ ਇਸ ਧਰਤੀ ਤੇ ਅਨੇਕਾਂ ਜੀਵ ਪੈਦਾ ਕੀਤੇ ਨੇ, ਤੇ ਸਾਧ ਸੰਗਤ ਜੀ ਇਸ ਧਰਤੀ ਤੇ ਐਸੇ ਵੀ ਜੀਵ ਨੇ ਜੋ ਟੇਡੀਆਂ ਬਿੰਗੀਆਂ ਜੂਨਾਂ ਦੇ ਵਿੱਚ ਆਏ ਨੇ। ਉਹ ਆਪਣੀ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਨੇ, ਪਰ ਸਾਧ ਸੰਗਤ ਜੀ ਪ੍ਰਮਾਤਮਾ ਨੇ ਉਹਨਾਂ ਨੂੰ ਜੋ ਚੇਤਨਤਾ ਇਨਸਾਨ ਦੇ ਕੋਲ ਹੈ ਉਹ ਨਹੀਂ ਜੇ ਦਿੱਤੀ। ਜੋ ਸੋਚ ਸਮਝ ਜੋ ਦਿਮਾਗ ਪ੍ਰਮਾਤਮਾ ਨੇ ਇਨਸਾਨ ਨੂੰ ਬਖਸ਼ਿਆ ਆ, ਉਹ ਉਹਨਾਂ ਜੀਵਾਂ ਨੂੰ ਨਹੀਂ ਜੇ ਬਖਸ਼ਿਆ। ਐਸੇ ਲਈ ਸਤਿਗੁਰੂ ਜੀ ਸਮਝਾ ਰਹੇ ਨੇ ਤਿਰਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਲਬ ਤੇ ਹੀ ਸੰਗਤ ਪੋਚ। ਕੇ ਹੇ ਇਨਸਾਨ, ਤੈਨੂੰ ਪ੍ਰਮਾਤਮਾ ਨੇ ਅਵਤਾਰਾਂ ਵਾਂਗੂ ਪੈਦਾ ਕੀਤਾ ਆ, ਪਰ ਅਗਿਆਨਤਾ ਕਰਕੇ ਸਾਧ ਸੰਗਤ ਜੀ ਭਿਖਾਰੀ ਬਣਿਆ ਹੋਇਆ ਆ। ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਹੇ ਜੀਵ, ਜੋ ਦਿਮਾਗ ਜੋ ਚੇਤਨਤਾ ਪ੍ਰਮਾਤਮਾ ਨੇ ਇਨਸਾਨ ਨੂੰ ਬਖਸ਼ੀ ਹੈ, ਸਾਧ ਸੰਗਤ ਜੀ ਉਹ ਬਹੁਤੇ ਜੀਵ ਟੇਡੀਆਂ ਬਿੰਗੀਆਂ ਜੂਨਾਂ ਵਾਲੇ ਜੋ ਜੀਵ ਨੇ, ਉਹਨਾਂ ਨੂੰ ਪ੍ਰਮਾਤਮਾ ਨੇ ਐਸੀ ਚੇਤਨਤਾ ਨਹੀਂ ਜੇ ਬਖਸ਼ੀ। ਤੇ ਐਸੇ ਦਿਮਾਗ ਦੇ ਸਹਾਰੇ ਦੇ ਨਾਲ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਜੀਵ ਹੈ, ਵੱਡੇ ਵੱਡੇ ਜੋ ਜਾਨਵਰ ਹੈ ਉਹਨਾਂ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ, ਇਹ ਚੇਤਨਤਾ ਹੀ ਹੈ। ਪਰ ਜੋ ਜੀਵ ਇਹ ਭੁੱਲ ਜਾਂਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਅਵਤਾਰਾਂ ਵਾਂਗੂ ਇਸ ਧਰਤੀ ਤੇ ਭੇਜਿਆ ਆ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਚਰਿਤ ਦੁਖ ਪਾਇਆ ਸੋਗਤ ਪਈ ਹਮਾਰੀ। ਫਿਰ ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਭਿਖਾਰੀ ਬਣਿਆ ਦਰ ਦਰ ਤੇ ਫਿਰਦਾ ਆ। ਜਿਵੇਂ ਰਾਜਾ ਨੂੰ ਸਿੰਘਾਸਨ ਤੇ ਨੀਂਦ ਆ ਗਈ, ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ, ਤੇ ਜਦੋਂ ਜਾਗ ਆਈ ਸਾਧ ਸੰਗਤ ਜੀ ਉਸਨੇ ਦੇਖਿਆ ਕਿ ਭਾਈ ਮੈਂ ਰਾਜਾ ਹੀ ਹਾਂ। ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਇਹੀ ਹਾਲਤ ਇਸ ਜੀਵ ਦੀ ਹੈ। ਉਹ ਪ੍ਰਮਾਤਮਾ ਨੇ ਇਸ ਨੂੰ ਅਵਤਾਰ ਵਾਂਗੂ ਪੈਦਾ ਕੀਤਾ ਆ, ਰਾਜੇ ਬਣਾ ਕੇ ਇਸ ਧਰਤੀ ਤੇ ਭੇਜਿਆ ਆ, ਪਰ ਅਗਿਆਨਤਾ ਕਰਕੇ, ਗੁਰੂ ਦੇ ਗਿਆਨ ਦੀ ਕਮੀ ਕਰਕੇ ਇਹ ਅਗਿਆਨਤਾ ਦੀ ਨੀਂਦ ਦੇ ਵੀ ਸੁੱਤਾ ਪਿਆ ਸਾਧ ਸੰਗਤ ਜੀ, ਤੇ ਭੁੱਲ ਗਿਆ ਹੈ ਕਿ ਭਾਈ ਇਹ ਅਵਤਾਰਾਂ ਵਾਂਗੂ ਪੈਦਾ ਹੋਇਆ ਹੈ। ਇਹ ਅਗਿਆਨਤਾ ਦੀ ਨੀਂਦ ਦੇ ਵਿੱਚ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਨਸ਼ਿਆਂ ਮੈਂ ਮੇਰੀ ਦੇ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਸਾਧ ਸੰਗਤ ਜੀ, ਤੇ ਆਪਣੇ ਜੀਵਨ ਦਾ ਨਾਸ਼ ਕਰ ਲੈਂਦਾ ਹੈ। ਸੋ ਆਓ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚੇ ਗੁਰੂ ਦੀ ਮਹਾਨਤਾ ਦੱਸ ਰਹੇ ਨੇ ਕਿ ਭਾਈ ਜੇ ਗੁਰੂ ਧਾਰਨ ਕਰਨਾ ਆ, ਗੁਰੂ ਐਸਾ ਹੋਵੇ ਜੋ ਆਪ ਜਿਸ ਨੇ ਸੱਚ ਦੀ ਕਮਾਈ ਕੀਤੀ ਹੋਵੇ। ਨਹੀਂ ਤਾਂ ਸਾਧ ਸੰਗਤ ਜੀ ਗੁਰੂ ਦੇ ਗਿਆਨ ਤੋਂ ਬਿਨਾ
ਇਹ ਜੋ ਜੀਵ ਹੈ ਇਹ ਅਡੰਬਰਾ ਪਖੰਡਾਂ ਦੇ ਵਿੱਚ ਹੀ ਆਪਣਾ ਜੀਵਨ ਸਮਝ ਲੈਂਦਾ ਹੈ। ਗੁਰੂ ਸਭ ਰਹਿਸ ਅਗਮੈ ਜਾਣੈ, ਢੂੰਡੈ ਕੋ ਛੜ ਸ਼ਾਸਤਰ ਮੈਂ ਕਿਦ ਕੋ ਵੇਦ ਵਸਾਨੈ ਟੇਕ। ਸਾਂਸ ਉਸਾਂਸ ਚੜਾਵੈ ਬਹੁ ਬਿਦ ਬੈਠੈ ਸੁਨ ਸਮਾਧੀ, ਫਾਟਿਓ ਕਾਨ ਪਪੂਤ ਤਨ ਨਾਈ ਅਨਕ ਪਰਮਤ ਬੈਰਾਗੀ। ਕਿ ਭਾਈ ਬਹੁਤੇ ਜੀਵ ਨੇ ਜੋ ਸਵਾਸਾਂ ਨੂੰ ਚੜਾਉਂਦੇ ਨੇ, ਉਤਾਰਦੇ ਨੇ, ਕੋਈ ਸੁਨ ਸਮਾਧੀ ਲਗਾਈ ਬੈਠਾ ਆ, ਕੋਈ ਆਪਣੇ ਕੰਨ ਪੜਵਾ ਕੇ ਸਾਧ ਸੰਗਤ ਜੀ ਸਰੀਰ ਦੇ ਉੱਪਰ ਸਵਾ ਲਗਾ ਲੈਂਦਾ ਹੈ, ਰਾਖ ਲਗਾ ਲੈਂਦਾ ਹੈ, ਤੇ ਕਈ ਵਿਰਾਗੀ ਬਣ ਕੇ ਅਨੇਕਾਂ ਸਥਾਨਾਂ ਤੇ ਭਰਮਣ ਕਰਦੇ ਨੇ। ਫਾਟਿਓ ਕਾਨ ਪਪੂਤ ਤਨ ਲਾਈ ਅਨਕ ਪਰਮਤ ਬੈਰਾਗੀ। ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ, ਤੀਰਥ ਭਰਤ ਕਰੈ ਬਹੁ ਤੇਰੇ, ਕਥਾ ਬਸਤ ਬਹੁ ਸਾਨੈ, ਕਹਿ ਰਵਿਦਾਸ ਮਿਲਿਓ ਗੁਰਪੂਰੈ, ਜਿਹ ਅੰਤਰ ਹਰ ਮਿਲਾਨੈ। ਸਾਧ ਸੰਗਤ ਜੀ ਕੋਈ ਜੀਵ ਤੀਰਥਾਂ ਤੇ ਇਸ਼ਨਾਨ ਕਰਦਾ ਆ, ਕੋਈ ਤੀਰਥਾਂ ਤੇ ਜਾ ਕੇ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦਾ ਆ, ਤੇ ਕੋਈ ਕਥਾਵਾਂ ਦਾ ਵਿਖਿਆਨ ਕਰਦਾ ਆ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਕਹਿ ਰਵਿਦਾਸ ਮਿਲਿਓ ਗੁਰਪੂਰੈ, ਜੇ ਅੰਤਰ ਹਰ ਮਿਲਾਨੈ। ਕਿ ਭਾਈ ਜਦੋਂ ਜੀਵ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਨਾ ਸਾਧ ਸੰਗਤ ਜੀ, ਫਿਰ ਉਹ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਕਰਾ ਦਿੰਦਾ ਹੈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੈ ਹੋਏ ਸੋ ਹੋਏ। ਕਿ ਇਹ ਇਨਸਾਨ, ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਬੈਠਾ ਆ, ਪਰ ਗੁਰੂ ਦੀ ਗਿਆਨ ਦੀ ਦੇ ਕਮੀ ਕਰਕੇ ਸਾਧ ਸੰਗਤ ਜੀ ਉਸਦੇ ਕੋਲ ਗੁਰੂ ਦਾ ਗਿਆਨ ਨਹੀਂ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਐਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਗੁਰਬਾਣੀ ਦਾ ਫਰਮਾਨ ਹੈ, ਭਾਵੇਂ 100 ਚੰਦਰਮਾ ਉੱਗ ਜਾਣ, ਹਜ਼ਾਰਾਂ ਸੂਰਜ ਉੱਗ ਜਾਣ ਸਾਧ ਸੰਗਤ ਜੀ, ਇੰਨਾ ਚਾਨਣ ਹੋ ਜਾਵੇ, ਪਰ ਜਦੋਂ ਤੱਕ ਸਾਡੇ ਕੋਲ ਗੁਰੂ ਦਾ ਗਿਆਨ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਹਨੇਰਾ ਹੀ ਰਹੇਗਾ। ਆ ਦੇਖਿਆ ਨਾ ਸਾਧ ਸੰਗਤ ਜੀ, ਗੁਰੂ ਦੇ ਗਿਆਨ ਤੋਂ ਬਿਨਾਂ ਲੋਕ ਧਾਗੇ ਤਵੀਤਾਂ 'ਚ ਵਿਸ਼ਵਾਸ ਕਰਦੇ ਨੇ, ਲੋਕ ਟੂਣੇ ਟੱਪਿਆਂ ਨੂੰ ਹੀ ਧਰਮ ਸਮਝੀ ਬੈਠੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਏ ਸੋ ਸਭ ਪਰਮ ਕਹਾਈ। ਕਿ ਹੇ ਜੀਵ, ਜਿੰਨੇ ਵੀ ਅਡੰਬਰ ਪਖੰਡ ਤੂੰ ਕਰਦਾ ਆ, ਇਹ ਸਭ ਵਹਿਮ ਭਰਮ ਨੇ, ਇਹ ਸਭ ਕਰਮ ਕਾਂਡ ਨੇ। ਉਹ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਕੋਈ ਵੱਡਾ ਹੈ ਹੀ ਨਹੀਂ। ਤੇ ਸਾਧ ਸੰਗਤ ਜੀ ਵੱਡ ਕਰਮਾਂ ਵਾਲਿਆਂ, ਜਿਵੇਂ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਜੀ ਪੂਰੇ ਗੁਰੂ ਦੀ ਤੇ ਗੁਰੂ ਦੇ ਗਿਆਨ ਦੀ ਜੋ ਮਹੱਤਤਾ ਦੱਸ ਰਹੇ ਨੇ, ਤੇ ਅਸੀਂ ਵੀ ਵੱਡ ਕਰਮਾਂ ਵਾਲੇ ਕਿ ਭਾਈ ਸਾਨੂੰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ। ਐਸੇ ਗੁਰੂ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਨੂੰ ਵਹਿਮਾਂ ਭਰਮਾਂ 'ਚ ਨਹੀਂ ਜੀ ਪਾਇਆ, ਸਗੋਂ ਸਾਨੂੰ ਸੱਚ ਦੱਸਿਆ ਕਿ ਪ੍ਰਮਾਤਮਾ ਹੈ ਕਿੱਥੇ, ਮਿਲੇਗਾ ਕਿਵੇਂ। ਤੇ ਸਾਧ ਸੰਗਤ ਜੀ ਜਦੋਂ ਅਸੀਂ ਅੰਮ੍ਰਿਤ ਬਾਣੀ ਦਾ ਜਾਪ ਕਰਦੇ ਹਾਂ, ਪੜ੍ਹਦੇ ਹਾਂ, ਉਸ ਦੀ ਵਿਆਖਿਆ ਪੜ੍ਹਦੇ ਹਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਮਝ ਆਉਂਦੇ ਕਿ ਭਾਈ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕਿਸ ਰਸਤੇ ਤੇ ਤੋਰਨੇ ਤੇ ਅਸੀਂ ਕਰ ਕੀ ਰਹੇ ਹਾਂ। ਫਿਰ ਸਾਨੂੰ ਸਮਝ ਆਉਂਦੀ ਕਿ ਜਿਵੇਂ ਸਤਿਗੁਰੂ ਜੀ ਫਰਮਾਉਂਦੇ, ਹੇ ਜੀਵ ਤੂੰ ਅਵਤਾਰਾਂ ਵਾਂਗੂ ਪੈਦਾ ਹੋਇਆ ਆ, ਪਰ ਵਹਿਮਾਂ ਡੰਬਰਾਂ ਪਖੰਡਾਂ 'ਚ ਪੈ ਕੇ ਤੂੰ ਭਿਖਾਰੀ ਬਣਿਆ ਹੋਇਆ ਆ। ਫਿਰ ਸਾਨੂੰ ਪਤਾ ਲੱਗਦਾ ਹੈ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਸਾਧ ਸੰਗਤ ਜੀ, ਕਿ ਅਸੀਂ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਨੂੰ ਹੀ ਧਰਮ ਸਮਝੀ ਬੈਠੇ ਹਾਂ। ਮਾਨਵਤਾ ਨੂੰ ਭੁੱਲ ਜਾਂਦੇ ਆ ਸਾਧ ਸੰਗਤ ਜੀ। ਗੁਰੂਆਂ ਦੀ ਗੁਰਬਾਣੀ ਪੜ੍ਹ ਕੇ ਹੀ ਬੇਗਮਪੁਰਾ ਦੀ ਸਮਝ ਆਉਂਦੀ ਹੈ। ਤੇ ਆਓ ਸਾਧ ਸੰਗਤ ਜੀ, ਇਹ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਅਸੀਂ ਹਰ ਰੋਜ਼ ਸੁਣਦੇ ਹਾਂ, ਉਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰੀਏ, ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਤੇ ਸਤਿਗੁਰਾਂ ਦਾ ਫਰਮਾਨ ਹੈ, ਕਹਿ ਰਵਿਦਾਸ ਮਿਲਿਓ ਗੁਰਪੂਰੈ, ਜੇ ਅੰਤਰ ਹਰ ਮਿਲਾਨੈ। ਕਿ ਭਾਈ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਫਿਰ ਸਾਧ ਸੰਗਤ ਜੀ ਉਹ ਸਾਨੂੰ ਅੰਦਰੋਂ ਹੀ ਉਹ ਪਰਮ ਪਿਤਾ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਕਰਾ ਦਿੰਦਾ ਆ। ਨਹੀਂ ਤਾਂ ਸਾਧ ਸੰਗਤ ਜੀ, ਇਹ ਜੋ ਬਹੁਤੇ ਜੀਵ ਨੇ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ 'ਚ ਆਪਣਾ ਭੇਸ ਬਣਾ ਕੇ, ਸਾਧੂਆਂ ਵਰਗਾ ਭੇਸ ਬਣਾ ਕੇ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦੇ ਨੇ। ਬਹੁ ਭੇਖ ਕਰੈ ਮਨ ਸ਼ਾਂਤ ਨਾ ਹੋਏ, ਬਹੁ ਅਭਿਮਾਨੀ ਆਪਣੀ ਪਤ ਕੋਏ। ਕਿ ਭਾਈ ਬਹੁਤੇ ਜੀਵ ਨੇ ਜੋ ਅਲੱਗ-ਅਲੱਗ ਤਰ੍ਹਾਂ ਦੇ ਭੇਖ ਬਣਾਉਂਦੇ ਨੇ, ਪਰ ਸਾਧ ਸੰਗਤ ਜੀ ਜਦੋਂ ਤੱਕ ਸਾਡੇ ਕੋਲ ਪੂਰਾ ਗੁਰੂ ਨਹੀਂ ਹੈ, ਸਾਡੇ ਜੋ ਮਨ ਦੀ ਤੜਪ ਉਹ ਖਤਮ ਨਹੀਂ ਜੀ ਹੋ ਸਕਦੀ। ਤੇ ਜਦੋਂ ਤੱਕ ਅਸੀਂ ਗੁਰੂਆਂ ਦੀ ਬਾਣੀ ਨੂੰ ਸਮਝਾਂਗੇ ਨਹੀਂ, ਜਦੋਂ ਤੱਕ ਅਸੀਂ ਗੁਰੂਆਂ ਦੀ
ਗੱਲ ਨੂੰ ਵਿਚਾਰਾਂਗੇ ਨਹੀਂ, ਜਦੋਂ ਤੱਕ ਅਸੀਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਾਂਗੇ ਨਹੀਂ ਸਾਧ ਸੰਗਤ ਜੀ, ਫਿਰ ਨਾ ਤਾਂ ਬੇਗਮਪੁਰਾ ਵਸਣਾ ਆ, ਨਾ ਸਾਨੂੰ ਆਪਣੀ ਅੰਦਰੋਂ ਆਪਣੇ ਸੱਚ ਦੀ ਪ੍ਰਾਪਤੀ ਹੋਣੀ ਹੈ, ਨਾ ਸਮਾਜ ਦੇ ਵਿੱਚ ਏਕਤਾ ਆਉਣੀ ਸਾਧ ਸੰਗਤ ਜੀ। ਸੋ ਆਓ, ਜੋ ਰਸਤਾ ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਦਿਖਾ ਰਹੇ ਨੇ, ਉਸ ਰਸਤੇ ਤੇ ਚੱਲੀਏ। ਤੇ ਸਤਿਗੁਰੂ ਜੀ ਨੇ ਕਿਹੜਾ ਰਸਤਾ ਦਿਖਾਇਆ ਹੈ? ਜੀਵਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਕਿ ਭਾਈ ਹੱਥਾਂ ਨਾਲ ਕਿਰਤ ਕਰ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰ, ਆਪਣੀ ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ। ਤੇ ਹੇ ਜੀਵ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਉਹ ਪ੍ਰਮਾਤਮਾ ਦੀ ਪ੍ਰਾਪਤੀ ਲਈ। ਤੇ ਜੋ ਜੀਵ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਉਂਦਾ ਆ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਉਹ ਸਾਰੀ ਦੁਨੀਆ ਦਾ ਮਾਲਕ ਸਾਧ ਸੰਗਤ ਜੀ ਸਾਨੂੰ ਇਸ ਸਰੀਰ ਦੇ ਵਿੱਚੋਂ ਹੀ ਮਿਲ ਜਾਂਦਾ ਆ। ਇਹ ਜੋ ਸਰੀਰ ਹੈ ਸਾਧ ਸੰਗਤ ਜੀ, ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਮਿਲਿਆ ਹੈ। ਦੁਰਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾ ਤਬ ਬੇਕੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਪਜ ਹਰ ਕੀ ਸੇਵ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਵੀ ਸਮਝਾ ਰਹੇ ਨੇ ਕਿ ਹੇ ਜੀਵ, ਜੋ ਸਰੀਰ ਤੇਰੇ ਕੋਲ ਹੈ, ਇਸ ਨੂੰ ਦੇਵੀ ਦੇਵਤਾ ਵੀ ਤਰਸਦੇ ਨੇ। ਇਹ ਬੜਾ ਪਵਿੱਤਰ ਸਰੀਰ ਹੈ, ਪਰ ਤੂੰ ਨਸ਼ਿਆਂ ਦੇ ਵਿੱਚ ਪੈ ਕੇ, ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਅਡੰਬਰਾਂ ਪਖੰਡਾਂ ਦੇ ਵਿੱਚ ਪੈ ਕੇ ਇਸ ਸਰੀਰ ਦਾ ਨਾਸ਼ ਕਰ ਰਿਹਾ ਹੈ। ਤੇ ਸਾਧ ਸੰਗਤ ਜੀ, ਸੰਸਾਰ ਦੇ ਜੋ ਮਹਾਪੁਰਸ਼ ਹੋਏ ਨੇ, ਸਰੀਰ ਤਾਂ ਉਹਨਾਂ ਦੇ ਵੀ ਸਾਡੇ ਵਰਗੇ ਹੀ ਸਨ, ਪਰ ਜੋ ਕਰਮ ਉਹ ਕਰਕੇ ਗਏ ਨੇ ਸਾਧ ਸੰਗਤ ਜੀ, ਬੜੇ ਮਹਾਨ ਕਰਮ ਨੇ। ਤੇ ਅੱਜ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ, ਉਹਨਾਂ ਦੇ ਜਨਮ ਦਿਨ ਮਨਾਉਂਦੀ ਹੈ ਸਾਧ ਸੰਗਤ ਜੀ, ਜੋਤੀ ਜੋਤ ਦਿਵਸ ਮਨਾਉਂਦੀ ਹੈ। ਕਾਰਨ ਕੀ ਹੈ ਸਾਧ ਸੰਗਤ ਜੀ? ਉਹਨਾਂ ਦੇ ਮਹਾਨ ਕਰਮ। ਤੇ ਜੇਕਰ ਅਸੀਂ ਸਰੀਰ ਦੇ ਨਾਲ ਮਾੜੇ ਕਰਮ ਕਰਦੇ ਆ, ਤਾਂ ਸਾਧ ਸੰਗਤ ਜੀ ਸਾਡਾ ਇਸ ਦੁਨੀਆ ਵਿੱਚ ਵੀ ਅਪਮਾਨ ਹੋਵੇਗਾ, ਤੇ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਵੀ ਅਪਮਾਨ ਹੋਵੇਗਾ ਸਾਧ ਸੰਗਤ ਜੀ, ਉੱਥੇ ਵੀ ਸਜ਼ਾਵਾਂ ਮਿਲਣੀਆਂ ਨੇ। ਪਰ ਜੇਕਰ ਅਸੀਂ ਸਰੀਰ ਦੇ ਨਾਲ ਚੰਗੇ ਕਰਮ ਕਰਦੇ ਆ, ਇਸ ਦੁਨੀਆ ਵਿੱਚ ਵੀ ਸਾਡਾ ਸਨਮਾਨ ਹੋਣਾ ਹੈ ਸਾਧ ਸੰਗਤ ਜੀ, ਪ੍ਰਮਾਤਮਾ ਦੇ ਦਰਬਾਰ 'ਚ ਵੀ ਸਾਡਾ ਸਨਮਾਨ ਹੋਣਾ ਹੈ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕਿ ਭਾਈ ਪ੍ਰਮਾਤਮਾ ਨੇ ਤੈਨੂੰ ਸਰੀਰ ਦੇ ਕੇ ਭੇਜਿਆ ਸੀ ਇੰਨਾ ਪਵਿੱਤਰ, ਤੇ ਜਦੋਂ ਹਿਸਾਬ ਦੇਣਾ ਸਾਧ ਸੰਗਤ ਜੀ, ਕੀ ਮੂੰਹ ਦਿਖਾਏਗਾ? ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਕੀ ਜਵਾਬ ਦੇਂਗੇ? ਸਰੀਰ ਦੇ ਨਾਲ ਕੀ ਕਰਕੇ ਆਏ ਆ? ਨਸ਼ੇ ਕਰਕੇ ਆਏ ਆ, ਇੱਕ ਦੂਜੇ ਨੂੰ ਧੋਖੇ ਦੇ ਕੇ ਆਏ ਆ, ਠੱਗੀਆਂ ਠੋਰੀਆਂ ਕਰਕੇ ਆਏ ਆ, ਮੈਂ ਮੇਰੀ ਦੇ ਹੰਕਾਰ ਨੂੰ, ਹੰਕਾਰ ਦੇ ਕਾਰਨ ਸਾਧ ਸੰਗਤ ਜੀ ਇੱਕ ਦੂਜੇ ਨੂੰ ਤਬਾਹ ਕਰਕੇ ਆਏ ਆ। ਸੋ ਆਓ ਗੁਰੂ ਵਾਲੇ ਬਣੀਏ ਸਾਧ ਸੰਗਤ ਜੀ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਵੀ ਇਹੀ ਫਰਮਾਨ ਹੈ ਕਿ ਭਾਈ ਗੁਰੂ ਦੇ ਗਿਆਨ ਤੋਂ ਬਿਨਾਂ ਸਾਡੀ ਕੋਈ ਗਤ ਨਹੀਂ ਹੈ। ਕਹਿ ਰਵਿਦਾਸ ਮਿਲਿਓ ਗੁਰੂ ਪੂਰੈ ਜੀ, ਅੰਤਰ ਹਰ ਮਿਲਾਨਾ। ਤੇ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਜੋ ਤੁਹਾਡੇ ਅੰਦਰੋਂ ਪ੍ਰਮਾਤਮਾ ਨਾਲ ਮਿਲਾ ਦੇਵੇ, ਐਸਾ ਗੁਰੂ ਜੋ ਹੁੰਦਾ ਸਾਧ ਸੰਗਤ ਜੋ ਸੱਚਾ ਹੁੰਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਜੋ ਬਾਹਰ ਭਟਕਾਉਂਦਾ ਰਹਿੰਦਾ ਹੈ, ਜਿਸਨੇ ਸਿਰਫ ਵੇਖ ਹੀ ਸਾਧੂਆਂ ਵਰਗਾ ਬਣਾਇਆ, ਜੀਵਾਂ ਨੂੰ ਡੰਬਰਾ ਪਖੰਡਾਂ ਦੇ ਵਿੱਚ ਪਾਉਂਦਾ ਆ, ਐਸਾ ਸਾਧੂ ਸੱਚਾ ਨਹੀਂ ਹੈ। ਸੱਚਾ ਸਾਧੂ ਉਹੀ ਹੈ ਜੋ ਤੁਹਾਨੂੰ ਇਹ ਕਹੇ, ਭਾਈ ਤੇਰੇ ਅੰਦਰ ਹੀ ਰੱਬ ਬੈਠਾ ਆ, ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਈ, ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਘਟ ਹੀ ਮਾਈ। ਸੋ ਆਓ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਬੜਾ ਸੰਘਰਸ਼ ਕੀਤਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ, ਜਿੰਨੇ ਵੀ ਸਾਡੇ ਮਹਾਪੁਰਸ਼ ਹੋਏ ਨੇ। ਫਿਰ ਅੱਜ ਦੇ ਦਿਨ ਸਾਡੇ ਜੋ ਬੱਚੇ ਨੇ, ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰ ਰਹੇ ਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਬਣਾ ਰਹੇ ਨੇ। ਇਹ ਸਾਡੇ ਜੋ ਮਹਾਨ ਪੁਰਸ਼ ਹੋਏ ਨੇ, ਉਹਨਾਂ ਦੀ ਕੁਰਬਾਨੀਆਂ, ਉਹਨਾਂ ਦੇ ਸੰਘਰਸ਼ ਦਾ ਨਤੀਜਾ ਆ। ਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਉਹਨਾਂ ਦੇ ਦਿਖਾਏ ਮਾਰਗ ਤੇ ਚੱਲੀਏ। ਜਿਵੇਂ ਬਾਬਾ ਸਾਹਿਬ ਨੇ ਫਰਮਾਇਆ ਸੀ, ਪੜੋ ਜੁੜੋ ਸੰਘਰਸ਼ ਕਰੋ। ਸਤਿਗੁਰੂ ਜੀ ਵੀ ਸਾਨੂੰ ਇਹੀ ਸਮਝਾਉਂਦੇ ਨੇ, ਪੜੋ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਹੇ ਜੀਵ, ਆਪਣੇ ਆਪ ਨੂੰ ਸਿੱਖਿਅਤ ਕਰ, ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦੇ। ਤੇ ਸਿੱਖਿਆ ਤੋਂ ਬਗੈਰ ਸਤਿਗੁਰੂ ਜੀ ਫਰਮਾਉਂਦੇ, ਭਾਈ ਅਸੀਂ ਕੁਝ ਵੀ ਨਹੀਂ ਹਾਂ। ਸਾਧ ਸੰਗਤ ਜੀ, ਸਕੂਲਾਂ ਕਾਲਜਾਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ, ਤਾਂ ਜੋ ਸਾਡੇ ਜੋ ਬੱਚੇ ਨੇ ਉਹ ਸਮਾਜ ਦੇ ਵਿੱਚ ਤਰੱਕੀਆਂ ਮਾਣ ਸਕਣ ਸੰਸਾਰ ਦੇ ਵਿੱਚ।
ਪਰ ਨਾਲ ਗੁਰਾਂ ਦੀ ਗੁਰਬਾਣੀ ਦਾ ਗਿਆਨ ਵੀ ਜ਼ਰੂਰੀ ਹੈ ਸਾਧ ਸੰਗਤ ਜੀ। ਕਿਤੇ ਸਾਡੇ ਬੱਚੇ ਪੜ੍ਹ ਲਿਖ ਤਾਂ ਜਾਣ ਪਰ ਵਹਿਮਾਂ ਭਰਮਾਂ ਦਾ ਸ਼ਿਕਾਰ ਨਾ ਹੋ ਜਾਣ। ਇਹ ਸੰਸਾਰ ਦੇ ਵਿੱਚ ਅਸੀਂ ਦੇਖਿਆ ਵੀ ਹੈ, ਬਹੁਤੇ ਜੀ ਪੜ੍ਹੇ ਲਿਖੇ ਨੇ ਪਰ ਮਾਨਸਿਕ ਤੌਰ ਤੇ ਗੁਲਾਮ ਨੇ ਸਾਧ ਸੰਗਤ ਜੀ। ਸਕੂਲ ਕਾਲਜ ਦੀ ਪੜ੍ਹਾਈ ਨਾਲ ਸਮਾਜ ਦੇ ਵਿੱਚ ਤਰੱਕੀ ਮਿਲਦੀ ਹੈ, ਪਰ ਗੁਰਾਂ ਦੀ ਜਿਹੜੀ ਪੜ੍ਹਾਈ ਹੈ, ਗੁਰਬਾਣੀ ਦੀ ਪੜ੍ਹਾਈ, ਉਹਦੇ ਨਾਲ ਸਾਧ ਸੰਗਤ ਜੀ ਮਾਨਸਿਕ ਤਰੱਕੀ ਸਾਨੂੰ ਮਿਲਦੀ ਹੈ। ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ। ਨਹੀਂ ਤਾਂ ਬੱਚੇ ਸਾਧ ਸੰਗਤ ਜੀ ਕੋਈ ਟੂਣਿਆਂ ਤੋਂ ਡਰਦਾ ਹੈ, ਕੋਈ ਧਾਗਿਆਂ ਤੋਂ ਡਰਦਾ ਹੈ, ਕੋਈ ਵਾਰਾਂ ਤੋਂ ਡਰਦਾ ਹੈ, ਕੋਈ ਛਿੱਕ ਮਾਰ ਦੇਵੇ ਸਾਧ ਸੰਗਤ ਜੀ ਘਰੋਂ ਬਾਹਰ ਨਹੀਂ ਜੀ ਨਿਕਲਦੇ। ਛੋਟੀਆਂ ਛੋਟੀਆਂ ਗੱਲਾਂ ਤੋਂ ਡਰਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਸਗਨ ਅਪਸਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ। ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ ਕਿ ਭਾਈ ਜਿਸ ਨੂੰ ਇਹ ਨਹੀਂ ਪਤਾ ਮੇਰੇ ਅੰਦਰ ਰੱਬ ਬੈਠਾ ਆ, ਜਿਸ ਦੇ ਕੋਲ ਪੂਰਾ ਗੁਰੂ ਨਹੀਂ ਹੈ, ਉਹ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਕਰਦਾ ਆ, ਉਹ ਇਹਨਾਂ ਚੀਜ਼ਾਂ ਤੋਂ ਡਰਦਾ ਹੈ। ਭਗਤੀ ਕਰੇ ਕੋਈ ਸੂਰਮਾ ਭਾਈ, ਇਸ ਲਈ ਭਗਤੀ ਕਰਨਾ ਕੋਈ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਤੇ ਜੋ ਆਮ ਇਨਸਾਨ ਭਗਤੀ ਸ਼ੁਰੂ ਕਰ ਦੇਵੇ ਫਿਰ ਭਾਈ ਉਹਦੇ ਵਰਗਾ ਕੋਈ ਸੂਰਮਾ ਨਹੀਂ ਹੈ। ਕਿਉਂਕਿ ਸਾਧ ਸੰਗਤ ਜੀ ਭਗਤੀ ਕਰਨ ਵਾਸਤੇ ਸਾਨੂੰ ਅੰਦਰੋਂ ਡਰ ਕੱਢਣਾ ਪੈਂਦਾ ਆ। ਸਮਾਜ ਦੇ ਵਿੱਚ ਬਹੁਤੇ ਡਰ ਨੇ ਸਾਧ ਸੰਗਤ ਜੀ, ਜੋ ਬਚਪਨ ਤੋਂ ਹੀ ਅਸੀਂ ਬੱਚੇ ਨੂੰ ਡਰਾ ਕੇ ਰੱਖਦੇ ਹਾਂ। ਤੇ ਜਦੋਂ ਸੱਚੀ ਭਗਤੀ ਆਉਂਦੀ ਹੈ, ਜੋ ਸਾਰੇ ਡਰ ਨੇ ਬਾਹਰ ਕੱਢਣੇ ਪੈਂਦੇ ਨੇ। ਤੇ ਜਦੋਂ ਗਿਆਨ ਪ੍ਰਾਪਤ ਹੁੰਦਾ ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਮੇਰੇ ਅੰਦਰ ਬੈਠਾ ਹੈ ਸਾਧ ਸੰਗਤ ਜੀ। ਇਸ ਲਈ ਆਪਣੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰਾਓ, ਨਾਲ ਗੁਰਾਂ ਦੀ ਗੁਰਬਾਣੀ ਦਾ ਗਿਆਨ ਵੀ ਦਿਓ ਸਾਧ ਸੰਗਤ ਜੀ, ਤਾਂ ਜੋ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ। ਉਹਨਾਂ ਨੂੰ ਇਹ ਯਾਦ ਰਵੇ ਕਿ ਉਹ ਸਾਰੀ ਦੁਨੀਆ ਦਾ ਮਾਲਕ ਮੇਰੇ ਅੰਦਰ ਹੈ ਤੇ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਹਿ ਰਵਿਦਾਸ ਹੱਥ ਪੈਨੇਰਾ। ਦੂਸਰਾ ਜੋ ਪਾਵਨ ਪਵਿੱਤਰ ਉਪਦੇਸ਼ ਬਾਬਾ ਸਾਹਿਬ ਨੇ ਦਿੱਤਾ ਸੀ, ਜੁੜੋ, ਸਤਿਗੁਰੂ ਜੀ ਫਰਮਾਉਂਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮੱਖੀਰਾ। ਕਿ ਭਾਈ ਸੱਚ ਨਾਲ ਅਸੀਂ ਆਪਸ ਦੇ ਵਿੱਚ ਇਸ ਤਰ੍ਹਾਂ ਜੁੜ ਕੇ ਰਹਿਣਾ ਆ ਜਿਵੇਂ ਮਧੂ ਮੱਖੀਆਂ ਆਪਸ ਵਿੱਚ ਜੁੜ ਕੇ ਰਹਿੰਦੀਆਂ ਨੇ। ਤੇ ਸਾਧ ਸੰਗਤ ਜੀ ਏਕੇ ਦੇ ਵਿੱਚ ਬੜੀ ਬਰਕਤ ਹੁੰਦੀ ਹੈ। ਜਿਨ੍ਹਾਂ ਦਾ ਏਕਾ ਹੈ ਉਹਨਾਂ ਦਾ ਹੀ ਸਿਸਟਮ ਹੁੰਦਾ ਹੈ, ਉਹਨਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਸਾਧ ਸੰਗਤ ਜੀ। ਇਸ ਲਈ ਸਤਿਗੁਰਾਂ ਨੇ ਸਾਨੂੰ ਏਕੇ ਵਿੱਚ ਪਰੋਇਆ ਭਾਈ, ਫੇਰ ਹੀ ਬੇਗਮਪੁਰਾ ਵਸਣਾ ਆ। ਤੀਸਰਾ ਜੋ ਉਪਦੇਸ਼ ਹੈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ ਪਰਾਧੀਨਤਾ ਪਾਪ ਹੈ ਜਾਣ ਲਿਓ ਰਹਿਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਸਾਧ ਸੰਗਤ ਜੀ ਗੁਲਾਮੀ ਭਾਵੇਂ ਮਾਨਸਿਕ ਹੋਵੇ ਭਾਵੇਂ ਸਰੀਰਕ ਹੋਵੇ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਸਭ ਦਾ ਹੀ ਭਲਾ ਕਰਨਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ ਰਵਿਦਾਸ ਰਹਿ ਪ੍ਰਸੰਨ। ਕਿ ਭਾਈ ਫਿਰ ਐਸਾ ਸਮਾਜ ਬਸਾਣਾ ਆ ਜਿੱਥੇ ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਨਾ ਕੋਈ ਊਚ ਹੋਵੇ ਨਾ ਕੋਈ ਨੀਚ ਹੋਵੇ, ਸਭ ਸਮਾਨ ਰਹਿਣ, ਸਭ ਖੁਸ਼ ਰਹਿਣ ਸਾਧ ਸੰਗਤ ਜੀ। ਨਹੀਂ ਤਾਂ ਬਹੁਤੇ ਕੰਮ ਤਾਂ ਐਸੇ ਨੇ ਜੋ ਊਚ ਨੀਚ ਦੀ ਭਾਵਨਾ ਕਰਕੇ ਆਉਂਦੇ ਨੇ। ਇਹ ਸੱਚ ਹੈ ਸਾਧ ਸੰਗਤ ਜੀ ਕਿ ਸੁੱਖ ਤੇ ਦੁੱਖ ਹਰ ਕਿਸੇ ਨੂੰ ਆਣੇ ਨੇ। ਸੁੱਖ ਮੰਗੈ ਦੁੱਖ ਆਗੇ ਆਵੇ, ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ। ਤੇ ਸਤਿਗੁਰ ਜੀ ਫਰਮਾਉਂਦੇ ਨੇ ਇਹ ਜਗ ਦੁੱਖ ਕੀ ਖੇਤਰੀ, ਇਹ ਜਾਣਤ ਸਭ ਕੋਏ, ਗਿਆਨੀ ਘਾਟੈ ਹਰ ਨਾਮ ਸੋ ਮੂਰਖ ਘਾਟੈ ਰੋਏ। ਸਤਿਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇਸ ਸੰਸਾਰ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਹੈ ਜੋ ਦੁਖੀ ਨਾ ਹੋਵੇ। ਦੁੱਖ ਦੇ ਕਾਰਨ ਅਲੱਗ-ਅਲੱਗ ਹੋ ਸਕਦੇ ਨੇ, ਪਰ ਸਾਧ ਸੰਗਤ ਜੀ ਜੋ ਸਮਾਜਿਕ ਕਾਰਨ ਨੇ ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਅਸੀਂ ਬੇਗਮਪੁਰਾ ਵਸਾ ਕੇ ਦੂਰ ਕਰ ਸਕਦੇ ਹਾਂ। ਜਾਤ ਦੇ ਨਾਮ ਤੇ ਸਾਧ ਸੰਗਤ ਜੀ ਭੇਦਭਾਵ ਹੋ ਰਿਹਾ ਆ। ਬਹੁਤੇ ਲੋਕ ਖਾਲੀ ਪੇਟ ਸੌਂਦੇ ਨੇ ਸਾਧ ਸੰਗਤ ਜੀ। ਕਿਸੇ ਨੂੰ ਇੱਕ ਟਾਈਮ ਰੋਟੀ ਮਿਲਦੀ ਹੈ, ਕਿਸੇ ਨੂੰ 2 ਟਾਈਮ, ਕਿਸੇ ਨੂੰ ਉਹ ਵੀ ਨਹੀਂ ਜੇ ਮਿਲਦੀ। ਪੈਸੇ ਦੀ ਵਜ੍ਹਾ ਕਰਕੇ ਬਹੁਤੇ ਜੀਵ ਨੇ ਜੋ ਬਿਨਾਂ ਇਲਾਜ ਦੇ ਮਰ ਰਹੇ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਐਸਾ ਬੇਗਮਪੁਰਾ ਵਸਾਓ ਜਿੱਥੇ ਨਾ ਤਾਂ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਸਭ ਸਮਾਨ ਹੋਣ। ਤੇ ਜਿੰਨੀ ਵੀ ਸਾਡੀ ਸਮਾਜਿਕ ਜ਼ਰੂਰਤਾਂ ਨੇ ਪੂਰੀਆਂ ਹੋਣ। ਇਹ ਤਾਂ ਹੀ ਹੋ ਸਕਦਾ ਸਾਧ ਸੰਗਤ ਜੀ ਜਦੋਂ ਸਮਾਜ ਦੇ ਆਗੂਕਾਰ ਐਸੇ ਹੋਣ ਜੋ ਬੇਗਮਪੁਰਾ ਦੇ ਵਿੱਚ ਵਿਸ਼ਵਾਸ ਕਰਦੇ ਹੋਣ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ, ਉਹ ਬੇਗਮਪੁਰਾ ਜਿਸ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਵਾਰਤਾ, ਉਹ ਬੇਗਮਪੁਰਾ ਜਿਸ ਦੇ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਸਾਧ ਸੰਗਤ ਜੀ।
ਮਹਾਪੁਰਸ਼ਾਂ ਨੇ ਬੜੀ ਕੁਰਬਾਨੀਆਂ ਕੀਤੀਆਂ ਨੇ, ਪਰ ਹਜੇ ਤੱਕ ਬੇਗਮਪੁਰਾ ਵਸਿਆ ਨਹੀਂ ਹੈ। ਹਜੇ ਵੀ ਸਮਾਜ ਦੇ ਵਿੱਚ ਜਾਤ ਪਾਤ ਹੈ, ਹਜੇ ਵੀ ਸਮਾਜ ਦੇ ਵਿੱਚ ਊਚ ਨੀਚ ਦੀ ਭਾਵਨਾ ਹੈ, ਗਰੀਬ ਹੈ, ਬਹੁਤੇ ਲੋਕ ਬਿਨਾਂ ਇਲਾਜ ਦੇ ਮਰ ਰਹੇ ਨੇ ਸਾਧ ਸੰਗਤ ਜੀ। ਪਰ ਇਹ ਬੇਗਮਪੁਰਾ ਉਦੋਂ ਹੀ ਵਸੇਗਾ ਜਦੋਂ ਅਸੀਂ ਗੁਰੂਆਂ ਦੀ ਗੁਰਬਾਣੀ ਪੜ੍ਹ ਕੇ ਉਸ ਤੇ ਦੱਸੇ ਮਾਰਗ ਤੇ ਚੱਲਾਂਗੇ। ਆਪਣੇ ਬੱਚਿਆਂ ਨੂੰ ਖੂਬ ਪੜ੍ਹਾਓ ਸਾਧ ਸੰਗਤ ਜੀ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੋ, ਮਿਲ ਜੁਲ ਕੇ ਰਹੋ ਤੇ ਸਭ ਦਾ ਭਲਾ ਮੰਗੋ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਸਭ ਦਾ ਭਲਾ ਮੰਗਿਆ ਕਰ, ਜੋ ਸਭ ਦਾ ਭਲਾ ਮੰਗਦਾ ਆ ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ। ਸੋ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚ ਕੇ ਸੋਹੰਗ ਸਤਨਾਮ ਦੇ ਜਾਪ ਨਾਲ ਜੁੜੋ ਸਾਧ ਸੰਗਤ ਜੀ। ਬੈਠਦੇ ਉੱਠਦੇ ਸਤਿਗੁਰਾਂ ਦਾ ਫਰਮਾਨ ਹੈ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਿ ਭਾਈ ਸਿਮਰਨ ਤੋਂ ਵੱਡਾ ਧਰਮ ਦੇ ਵਿੱਚ ਕੁਛ ਨਹੀਂ ਹੈ। ਸੋ ਹੱਥਾਂ ਨਾਲ ਕਿਰਤ ਕਰੋ, ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸੋਹੰਗ ਸਤਨਾਮ ਦਾ ਜਾਪ ਕਰਦੇ ਰਹੋ ਸਾਧ ਸੰਗਤ ਜੀ। ਤੇ ਐਸਾ ਜਾਪ ਕਰੋ ਕਿ ਫਿਰ ਉਹ ਬਾਰ-ਬਾਰ ਸਾਨੂੰ ਕਰਨ ਦੀ ਲੋੜ ਨਾ ਪਵੇ। ਆਪਣੇ ਮਨ ਦੇ ਵਿੱਚ ਹੀ ਉਹ ਫਿਰ ਹਮੇਸ਼ਾ ਜਾਪ ਜੋ ਸੁੱਤੇ ਜਾਗਦੇ ਉਹ ਚੱਲਦਾ ਰਹਿੰਦਾ। ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਦਾਸ। ਤੇ ਨਰ ਜਮਪੁਰ ਜਾਹਿੰਗੇ ਸਤ ਪਾਖੈ ਰਵਦਾਸ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।